जी। करम तरम पाखंड जो दिसै, तिन जम जागति लूटै। निर्वाण कीर्तन गावो करते का, निमख सिमरत जित छूटै। संतो सागर पार उतरिय, जे को बचन कमावै संतन का। सो गुर प्रसादी तरियै। सतनाम धन वाहिगुरु साहिब जी। आसा जग जीवन ऐसा, सुपने जैसा। जीवन सुपन समानं, साच कर हम गांठ दीनी। छोड़ परम निधानं, बाबा माया मोह हित कीन। जिन ज्ञान रतन हिरलीन। रहाउ नैन देख पतंग उरझै, पसना देखे आग। काल फासना मुगद चितै, कनिक कामिन लाग। कर विचार विकार पर हर, तरन तारन सोए। कह कबीर जग जीवन ऐसा, दुति नाही कोय। कर विचार विकार पर हर, तरन तारण सोए। कह कबीर जग जीवन ऐसा, दुति नाही कोय। वाहिगुरु जी का खालसा, वाहिगुरु जी की फतेह। तन तन साहिब श्री गुरु ग्रंथ साहब महाराज जी की पावन पवित्र हजूरी दे विच सुभाईमान होए बैठे सतसंगी जनों, गुरु महाराज ने साडे उत्ते तरस कीता। अमृत बाणी का एक खजाना सानू बख्शिश कीता है। नाल गुरु महाराज का हुक्म है, खावें खर्चें रल मिल भाई, टोट न आवे वधो जाए। इस गुरबाणी नूं आपां रल के संगती रूप दे विच खाना है, खर्चना है। जिवें जिवें इस बाणी नूं असीं विचारांगे समझांगे तो साडी जिंदगी विच शुभ गुणां दा वाधा होई जाना है।
ਇਸ ਦੇ ਵਿੱਚੋਂ ਕਦੀ ਤੋਟ ਕਦੀ ਘਾਟਾ ਨਹੀਂ ਪੈਣਾ। ਸੋ ਆਓ, ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਅੱਜ ਆਸਾ ਰਾਗ ਦਾ ਭਗਤਾਂ ਦੀ ਬਾਣੀ ਦਾ 27ਵਾਂ ਸ਼ਬਦ ਹੈ, ਜਿਸ ਦਾ ਮੂਲ ਪਾਠ ਆਪ ਜੀਆਂ ਨੇ ਹੁਣੇ ਸਰਵਣ ਕੀਤਾ ਹੈ। ਇਸ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਇਹ ਗੱਲ ਸਮਝਾ ਰਹੇ ਹਨ ਕਿ ਮਨੁੱਖ ਨੂੰ ਇਸ ਮਾਇਆ ਨੇ ਮੋਹਿਆ ਹੋਇਆ ਹੈ। ਮਨੁੱਖ ਇਸ ਮਾਇਆ ਦੇ ਨਾਲ ਪਿਆਰ ਕਰਦਾ ਹੈ ਅਤੇ ਇਸ ਮਾਇਆ ਨੇ ਸਾਡਾ ਗਿਆਨ ਰੂਪੀ ਜਿਹੜਾ ਰਤਨ ਹੈ ਉਹ ਚੁਰਾ ਲਿਆ ਹੈ, ਚੋਰੀ ਕਰ ਲਿਆ ਹੈ। ਅਸੀਂ ਲੁੱਟੇ ਗਏ ਹਾਂ ਅਤੇ ਇਹ ਜਿਹੜੀ ਜ਼ਿੰਦਗੀ ਹੈ ਇਹਦੀ ਸੱਚਾਈ ਤੋਂ ਕੋਰੇ ਹੋ ਗਏ ਹਾਂ। ਜ਼ਿੰਦਗੀ ਦੀ ਸੱਚਾਈ ਕੀ ਹੈ, ਅੱਜ ਦੇ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਇਹ ਸਮਝਾਉਣਾ ਕਰ ਰਹੇ ਹਨ। ਆਓ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ 'ਚ ਸੀਸ ਨਿਵਾਓ। ਗੁਰੂ ਨੂੰ ਨਤਮਸਤਕ ਹੁੰਦਿਆਂ ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਮਨੁੱਖ ਨੂੰ ਸੰਸਾਰ ਦੇ ਵਿੱਚ ਆ ਕੇ ਆਲੇ ਦੁਆਲੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਪ੍ਰਭਾਵਿਤ ਕਰਦੀਆਂ, ਭਾਵੇਂ ਉਹ ਪਰਿਵਾਰ ਹੈ, ਪਦਾਰਥ ਨੇ। ਇਸ ਸੰਸਾਰ ਦੇ ਜਿਤਨੇ ਵੀ ਮਾਇਕ ਚੀਜ਼ਾਂ ਹਨ, ਜਿਤਨੇ ਵੀ ਪਦਾਰਥ ਹਨ, ਉਹ ਹਰ ਇੱਕ ਚੀਜ਼ ਮਨੁੱਖੀ ਮਨ ਦੇ ਉੱਤੇ ਆਪਣਾ ਪ੍ਰਭਾਵ ਪਾਉਣਾ ਆਰੰਭ ਕਰਦੀ ਹੈ ਅਤੇ ਹੌਲੀ ਹੌਲੀ ਮਨੁੱਖ ਦੇ ਜੀਵਨ ਵਿੱਚੋਂ ਸ਼ੁਭ ਗੁਣ ਜਿਹੜੇ ਨੇ ਇਹ ਮਾਇਆ ਦਾ ਜਿਹੜਾ ਪ੍ਰਭਾਵ ਹੈ ਉਹ ਖਤਮ ਕਰ ਦਿੰਦਾ ਹੈ। ਜਿਸ ਨੂੰ ਮਹਾਰਾਜ ਕਹਿੰਦੇ ਨੇ ਮਨ ਏਕ ਨ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ। ਕਿਉਂ ਗੁਰਬਾਣੀ ਨੇ ਵਾਰ-ਵਾਰ ਆਖਿਆ ਕਿ ਤੂੰ ਹਰੀ ਨੂੰ ਸਿਮਰ, ਰੱਬ ਨੂੰ ਭੁਲਾ ਨਾ, ਉਹਨੂੰ ਚੇਤੇ ਕਰ। ਕਿਉਂਕਿ ਰੱਬ ਭੁੱਲ ਗਿਆ ਤੇ ਕੀ ਹੋਵੇਗਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰੱਬ ਭੁੱਲਣ ਕਰਕੇ ਜਿਹੜੇ ਤੂੰ ਰੱਬੀ ਗੁਣ ਲੈ ਕੇ ਸੰਸਾਰ ਦੇ ਵਿੱਚ ਆਇਆ, ਉਹ ਸਾਰੇ ਗੁਣ ਤੇਰੇ ਜੀਵਨ 'ਚੋਂ ਗਲ ਜਾਣਗੇ। ਜਿਵੇਂ ਅਸੀਂ ਦੇਖਦੇ ਹਾਂ, ਗਲਿਆ ਫਲ ਹੋਵੇ ਕਿਸੇ ਕੰਮ ਨਹੀਂ, ਗਲਿਆ ਕੱਪੜਾ ਹੋਵੇ ਕਿਸੇ ਕੰਮ ਨਹੀਂ, ਗਲੀਆਂ ਚੀਜ਼ਾਂ ਕਿਸੇ ਕੰਮ ਨਹੀਂ, ਬੇਕਾਰ ਨੇ। ਇਸ ਤਰ੍ਹਾਂ ਜੇ ਤੇਰੇ ਗੁਣ ਗਲ ਗਏ ਤੇ ਤੂੰ ਵੀ ਕਿਸੇ ਕੰਮ ਨਹੀਂ। ਤੇਰੇ ਜੀਵਨ 'ਚ ਸਤ, ਸੰਤੋਖ, ਦਇਆ, ਧਰਮ, ਖਿਮਾ ਇਹ ਰੱਬੀ ਗੁਣ ਨੇ ਤੇ ਤੇਰੇ ਜੀਵਨ 'ਚੋਂ ਜੇ ਇਹ ਗੁਣ ਗਲ ਜਾਂਦੇ ਹਨ ਤਾਂ ਤੂੰ ਵੀ ਕਿਸੇ ਕੰਮ ਦਾ ਨਹੀਂ, ਤੂੰ ਵੀ ਫਿਰ ਨਕਾਰਾ ਹੈ, ਤੇਰੀ ਜ਼ਿੰਦਗੀ ਕਿਸੇ ਕੰਮ ਨਹੀਂ। ਸਾਡੇ ਗੁਣਾਂ ਨੂੰ ਬਚਾਉਣ ਦੇ ਵਿੱਚ ਰੱਬ ਦੀ ਜਿਹੜੀ ਇਬਾਦਤ ਹੈ, ਉਸ ਨੂੰ ਚੇਤੇ ਕਰਨ ਦੀ ਜਿਹੜੀ ਗੱਲ ਹੈ, ਉਹੀ ਇੱਕ ਐਸੀ ਚੀਜ਼ ਹੈ ਸਾਡੇ ਕੋਲ ਜੋ ਸਾਡੇ ਗੁਣਾਂ ਨੂੰ ਬਚਾ ਕੇ ਰੱਖ ਸਕਦੀ ਹੈ। ਅਸੀਂ ਫਲ ਫਰੂਟ ਸਬਜ਼ੀਆਂ ਨੂੰ ਬਚਾ ਕੇ ਰੱਖਣ ਵਾਸਤੇ ਗਲਨ ਨਾ ਅਸੀਂ ਕੋਲਡ ਸਟੋਰ 'ਚ ਰੱਖ ਦਿੰਦੇ ਵੀ ਇਹ ਚੀਜ਼ਾਂ ਸਾਰੀਆਂ ਤਾਜ਼ੀਆਂ ਰਹਿਣ, ਹਰੀਆਂ ਭਰੀਆਂ ਰਹਿਣ, ਇਹ ਗਲਨ ਨਾ। ਮਨੁੱਖੀ ਜੀਵਨ ਦੇ ਗੁਣਾਂ ਨੂੰ ਬਚਾਉਣ ਵਾਸਤੇ ਸਾਡੇ ਕੋਲ ਜਿਹੜਾ ਕੋਲਡ ਸਟੋਰ ਹੈ ਉਹ ਗੁਰੂ ਸਾਹਿਬ ਜੀ ਦੀ ਸੰਗਤ ਹੈ, ਗੁਰੂ ਸਾਹਿਬ ਜੀ ਦਾ ਸ਼ਬਦ ਹੈ।
ਗੁਰੂ ਸਾਹਿਬ ਜੀ ਦਾ ਗਿਆਨ ਹੈ। ਇਸ ਗਿਆਨ ਦੇ ਵਿੱਚ ਜੇ ਆਪਣੇ ਆਪ ਨੂੰ ਅਸੀਂ ਰੱਖਾਂਗੇ, ਜਿਸ ਤਰ੍ਹਾਂ ਕਹਿ ਲਵਾਂ, ਜਿੰਨਾ ਚਿਰ ਅਸੀਂ ਰੱਬੀ ਗਿਆਨ ਦੀ ਪਰਿਕਰਮਾ ਦੇ ਵਿੱਚ ਰਵਾਂਗੇ, ਵਾਰਗਾ ਦੇ ਵਿੱਚ ਰਵਾਂਗੇ, ਅਸੀਂ ਬਚੇ ਰਵਾਂਗੇ। ਜਿਸ ਦਿਨ ਇਸ ਰੱਬੀ ਗਿਆਨ ਦੀ ਵਾਰਗਾ ਤੋਂ ਅਸੀਂ ਪਾਸੇ ਹੋਵਾਂਗੇ, ਸਾਡੇ ਗੁਣ ਗਲਣੇ ਆਰੰਭ ਹੋ ਜਾਣਗੇ। ਜਿਵੇਂ ਆਪਾਂ ਕੋਈ ਵੀ ਸਬਜ਼ੀ ਹੈ, ਕੋਈ ਵੀ ਪਦਾਰਥ, ਫਲ ਫਰੂਟ ਨੇ, ਜਦੋਂ ਅਸੀਂ ਉਸ ਨੂੰ ਠੰਡਕ ਤੋਂ ਦੂਰ ਕਰਦੇ ਹਾਂ, ਕੋਲਡ ਸਟੋਰ ਤੋਂ ਦੂਰ ਕਰਦੇ ਹਾਂ, ਉਹ ਗਲਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਅਸੀਂ ਗੁਰੂ ਸਾਹਿਬ ਦੀ ਸੰਗਤ ਤੋਂ, ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਆਪਣੇ ਆਪ ਨੂੰ ਜਦੋਂ ਅਸੀਂ ਪਾਸੇ ਕਰ ਲੈਂਦੇ ਹਾਂ, ਤਾਂ ਸਾਡੇ ਜਿਹੜੇ ਰੱਬੀ ਗੁਣ ਨੇ ਉਹ ਗਲਣੇ ਆਰੰਭ ਹੋ ਜਾਂਦੇ ਨੇ। ਉਸ ਨੂੰ ਮਹਾਰਾਜ ਕਹਿੰਦੇ ਨੇ ਕਿ ਨਾਹੋ ਜਤੀ ਸਤੀ ਨਹੀਂ ਪੜ੍ਹਿਆ। ਫਿਰ ਮਹਾਰਾਜ ਕਹਿੰਦੇ ਮੈਂ ਨਾ ਜਤੀ ਹਾਂ, ਨਾ ਸਤੀ ਹਾਂ, ਨਾ ਪੜ੍ਹਿਆ ਹੋਇਆ ਹਾਂ, ਮੂਰਖ ਮੁਗਦਾ ਜਨਮ ਪਿਆ। ਇੱਕ ਹੋਰ ਦਾਸ ਬੇਨਤੀ ਕਰੇ, ਰੱਬ ਦੀ ਬੰਦਗੀ ਕਰਨ ਵਾਸਤੇ ਇਤਨੀ ਨਿਮਰਤਾ ਚਾਹੀਦੀ। ਜੇ ਰੱਬ ਦੇ ਗੁਣਾਂ ਨੂੰ ਚੇਤੇ ਕਰਨਾ ਤਾਂ ਇਤਨੀ ਕੋਈ ਨਿਮਰਤਾ ਹੋਵੇਗੀ ਤਾਂ ਚੇਤੇ ਹੋਣਗੇ। ਔਰ ਫਿਰ ਇਹ ਗੱਲ ਜਿੱਥੇ ਜੀਵਨ ਦੇ ਵਿੱਚ ਲਾਗੂ ਕਰਨੀ ਕਿ ਸੱਚੇ ਪਾਤਸ਼ਾਹ ਨਾਹੂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ। ਜਿਨ੍ਹਾਂ ਨੂੰ ਤੂੰ ਭੁੱਲਿਆ ਨਹੀਂ ਹੈ, ਮੈਂ ਉਹਨਾਂ ਦੀ ਸ਼ਰਨ ਵਿੱਚ ਹਾਂ। ਹੁਣ ਯਾਦ ਰੱਖਿਓ, ਜਦੋਂ ਉਹਨਾਂ ਦੀ ਸ਼ਰਨ ਦੇ ਵਿੱਚ ਰਹਿਣ ਦੀ ਗੱਲ ਹੈ ਤਾਂ ਅਸੀਂ ਆਪਣੇ ਮਨ ਨੂੰ ਦੇਖਾਂਗੇ। ਪਿਆਰ ਵਾਲਿਓ, ਕਈ ਵਾਰੀ ਤਾਂ ਗੁਰਦੁਆਰੇ ਆ ਕੇ ਵੀ ਸਾਡਾ ਮਨ ਮਾਇਆ ਵਿੱਚ ਹੀ ਲੱਗਿਆ ਰਹਿੰਦਾ ਹੈ। ਕਿਉਂ ਲੱਗਿਆ ਰਹਿੰਦਾ ਹੈ? ਕਿਉਂਕਿ ਮਾਇਆ ਦਾ ਪ੍ਰਭਾਵ ਹੈ। ਮਾਇਆ ਦਾ ਪ੍ਰਭਾਵ ਕਈ ਰੂਪਾਂ ਦੇ ਵਿੱਚ ਸਾਨੂੰ ਵਿਆਪਦਾ ਹੈ ਸੰਸਾਰ ਦੇ ਵਿੱਚ। ਇਹ ਜਿਹੜੀ ਮਾਇਆ ਹੈ ਨਾ, ਇਹ ਸਾਨੂੰ ਧਰਮ ਕਰਮ ਕਰਦੇ ਹੋਏ ਵੀ ਵਿਆਪਦੀ ਹੈ। ਜਦੋਂ ਬੰਦਾ ਆਪਣੇ ਆਪ ਨੂੰ ਸਮਝ ਰਿਹਾ ਹੁੰਦਾ ਹੈ ਕਿ ਮੇਰੀ ਜਿੰਨਾ ਸਿਆਣਾ ਮੈਂ ਹਾਂ, ਜਿੰਨਾ ਸਮਝਦਾਰ ਮੈਂ ਹਾਂ, ਜਿੰਨੀ ਚਲਾਕੀ ਮੇਰੇ ਕੋਲ ਹੈ, ਕਿਸੇ ਹੋਰ ਕੋਲ ਨਹੀਂ ਹੈ। ਉਹ ਕਈ ਵਾਰੀ ਕੀਰਤਨ ਕਥਾ ਇਹ ਕੰਮ ਵੀ ਆਪਣੀ ਚਲਾਕੀ ਦੇ ਅਧੀਨ ਕਰ ਰਿਹਾ ਹੁੰਦਾ ਹੈ। ਉਹਦੇ ਪਿੱਛੇ ਵੀ ਉਹਦੀ ਸ਼ੈਤਾਨੀਅਤ ਕੰਮ ਕਰ ਰਹੀ ਹੁੰਦੀ ਹੈ, ਉਹਦੀ ਚਲਾਕੀ ਕੰਮ ਕਰ ਰਹੀ ਹੁੰਦੀ। ਵੈਸੇ ਧਰਮ ਕਰਮ ਕਰ ਰਿਹਾ ਹੁੰਦਾ ਹੈ, ਪਰ ਆਪਣੇ ਮਾਈਂਡ ਦੇ ਵਿੱਚ ਉਹ ਚਲਾਕੀ ਰੱਖ ਕੇ ਕਰਦਾ ਹੈ। ਇਹ ਵੀ ਮਾਇਆ ਦਾ ਪ੍ਰਭਾਵ ਹੈ। ਇੱਥੇ ਵੀ ਮਾਇਆ ਵਿਆਪ ਜਾਂਦੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਮਾਇਆ ਡਰ ਡਰਪਤ ਗੁਰਦੁਆਰ ਜਾਵੈ, ਤਾਹਾਂ ਜੋ ਮਾਇਆ ਵਿਆਪੈ ਕਹੋ ਕਤ ਜਾਈਏ। ਮੈਂ ਡਰ ਕੇ ਆਇਆ ਸੀ ਗੁਰਦੁਆਰੇ, ਇੱਥੇ ਮਾਇਆ ਨਹੀਂ ਵਿਆਪੇਗੀ, ਪਰ ਜੇ ਡਰ ਡਰਾ ਕੇ ਮੈਂ ਗੁਰਦੁਆਰੇ ਆ ਗਿਆ ਅਤੇ ਗੁਰਦੁਆਰੇ ਆ ਕੇ ਵੀ ਮਾਇਆ ਵਿਆਪ ਗਈ ਤਾਂ ਕਿੱਥੇ ਜਾਈਏ? ਬੜੇ ਮੁਸ਼ਕਿਲ ਕੰਮ ਹੋ ਗਿਆ। ਮੈਂ ਤਾਂ ਦੱਸਿਆ ਸੀ ਗੁਰਦੁਆਰੇ ਚਲਾਓ, ਉੱਥੇ ਮਾਇਆ ਨਹੀਂ ਵਿਆਪਦੀ, ਪਰ ਇੱਥੇ ਵੀ ਮਾਇਆ ਵਿਆਪ ਗਈ। ਕਿੱਥੇ ਜਾਈਏ? ਕਈ ਵਾਰੀ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਲੋਕ ਆਪਣੇ ਸ਼ੈਤਾਨੀ ਮਨ ਦੇ ਨਾਲ ਧਾਰਮਿਕ ਕਰਮ ਕਰ ਰਹੇ ਹੁੰਦੇ ਹਨ, ਉਹਨਾਂ ਦੀ ਸ਼ੈਤਾਨੀਅਤ ਸਮਝ ਆ ਰਹੀ ਹੁੰਦੀ ਵੀ ਇਹ ਕਿਸੇ ਹੋਰ ਪਾਸੇ ਲੱਗੇ ਹੋਏ ਨੇ, ਸ਼ੈਤਾਨੀ ਦਿਮਾਗ ਕੰਮ ਕਰ ਰਿਹਾ ਇਹਨਾਂ ਦਾ। ਹੁਣ ਡਰ ਕੇ ਮਨੁੱਖ ਗੁਰਦੁਆਰੇ ਆਇਆ ਵੀ ਇੱਥੇ ਮਾਇਆ ਦਾ ਅਸਰ ਨਾ ਹੋਵੇ, ਮਾਇਆ ਨਾ ਵਿਆਪੇ, ਪਰ ਇੱਥੇ ਵੀ ਆ ਕੇ ਮਾਇਆ ਵਿਆਪ ਗਈ। ਕਿਉਂ? ਇਹ ਗੱਲ ਕਬੀਰ ਸਾਹਿਬ ਆਖ ਰਹੇ ਨੇ, ਬਾਬਾ ਅੱਜ ਦੇ ਸ਼ਬਦ ਵਿੱਚ, ਮਾਇਆ ਮੋਹ ਹਿਤ ਕੀਨ। ਬਾਬਾ ਦਾ ਅਰਥ ਹੈ ਹੇ ਭਾਈ, ਹੇ ਬਾਬਾ, ਹੇ ਭਰਾ। ਕਬੀਰ ਸਾਹਿਬ ਆਖਣ ਲੱਗੇ, ਕਹਿੰਦੇ ਮਾਇਆ ਨਾਲ ਮੋਹ ਪਿਆਰ ਮੈਂ ਪਾਇਆ ਹੋਇਆ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਮਾਇਆ ਦੇ ਨਾਲ ਪਿਆਰ ਪਾਇਆ ਹੋਇਆ, ਮਾਇਆ ਦੇ ਨਾਲ ਹਿਤ ਰੱਖਿਆ ਹੋਇਆ। ਹਿਤ ਦਾ ਅਰਥ ਹੁੰਦਾ ਪਿਆਰ। ਕਿਉਂਕਿ ਜਦੋਂ ਮਾਇਆ ਦੇ ਨਾਲ ਸਾਡਾ ਪਿਆਰ ਪੈ ਗਿਆ ਨਾ, ਅਤੇ ਮਾਇਆ ਦਾ ਪਿਆਰ ਜਿਹੜਾ ਹੈ ਉਹ ਕਿਤੇ ਵੀ ਨਹੀਂ ਵੇਖਦਾ ਵੀ ਅਸੀਂ ਬੈਠੇ ਕਿੱਥੇ ਹਾਂ।
ਵੀ ਗੁਰਦੁਆਰੇ ਬੈਠੇ ਹਾਂ, ਅਸੀਂ ਧਰਮ ਕਰਮ ਕਰਨ ਆਏ ਹਾਂ, ਸਾਨੂੰ ਉੱਥੇ ਜਾ ਕੇ ਵੀ ਪਤਾ ਹੀ ਨਹੀਂ ਚੱਲਦਾ, ਕਿਉਂਕਿ ਮਾਇਆ ਜਿਹੜੀ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਮਨ ਦੇ ਉੱਤੇ ਆਪਣਾ ਕੰਮ ਕਰ ਰਹੀ ਹੁੰਦੀ ਹੈ। ਅਸੀਂ ਮਾਇਆ ਵਿੱਚ ਗਲਤਾਨ ਹੋ ਜਾਂਦੇ ਹਾਂ, ਕਿਉਂਕਿ ਮਾਇਆ ਨਾਲ ਸਾਡਾ ਹਿੱਤ ਲੱਗਿਆ ਹੋਇਆ ਹੈ, ਮਾਇਆ ਨਾਲ ਸਾਡਾ ਪਿਆਰ ਹੈ। ਪੜ੍ਹੀ ਤਾਂ ਜਾਂਦੇ ਅਸੀਂ ਕਿ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੁੱਝੈ ਕੋਈ। ਪਰ ਵਿਰਲਾ ਕੌਣ ਹੈ? ਅਸੀਂ ਹੈਗੇ ਵਿਰਲੇ? ਸਾਡੀ ਗਿਣਤੀ ਆਵੇਗੀ ਉਹਨਾਂ ਵਿਰਲਿਆਂ ਵਿੱਚ ਕਿ ਨਹੀਂ? ਕਬੀਰ ਸਾਹਿਬ ਕਹਿੰਦੇ ਕਿਉਂ? ਕਿਉਂਕਿ ਇਹ ਜਿਹੜੀ ਮਾਇਆ ਹੈ ਨਾ, ਇਹ ਮਾਇਆ, ਪਹਿਲੀ ਗੱਲ ਤਾਂ ਗੁਰਬਾਣੀ ਨੂੰ ਜਦੋਂ ਸਮਝਣਾ ਹੈ ਨਾ, ਮਾਇਆ ਅੱਖਰ ਬਾਰ-ਬਾਰ ਗੁਰਬਾਣੀ ਵਿੱਚ ਆ ਰਿਹਾ ਹੈ, ਮਾਇਆ ਦੀ ਗੱਲ ਸਭ ਤੋਂ ਵੱਧ ਕੀਤੀ ਜਾ ਰਹੀ ਹੈ। ਭਗਤਾਂ ਦਾ, ਗੁਰੂ ਸਾਹਿਬਾਨਾਂ ਦਾ ਮਾਇਆ ਨਾਲ ਕੋਈ ਝਗੜਾ ਨਹੀਂ ਹੈ, ਮਾਇਆ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮਾਇਆ ਨੂੰ ਜਿਸ ਤਰ੍ਹਾਂ ਅਸੀਂ ਸਮਝੀਏ, ਗੁਰੂ ਸਾਹਿਬ ਉਹਨੂੰ ਨਕਾਰ ਨਹੀਂ ਰਹੇ ਮਾਇਆ ਨੂੰ। ਮਾਇਆ ਤੋਂ ਬਚਣ ਵਾਸਤੇ ਸਾਵਧਾਨ ਕਰ ਰਹੇ ਨੇ, ਸਾਨੂੰ ਸੁਚੇਤ ਕਰ ਰਹੇ ਨੇ। ਗੁਰੂ ਸਾਹਿਬ ਕਿਸੇ ਕਿਰਤ ਨੂੰ, ਕਿਸੇ ਕੰਮ ਨੂੰ ਗਲਤ ਨਹੀਂ ਠਹਿਰਾ ਰਹੇ। ਇੱਥੇ ਸਦਨਾ ਕਸਾਈ ਵੀ ਪ੍ਰਵਾਨ ਹੈ। ਕਿਰਤ ਕੀ ਕਰਦਾ ਹੈ? ਇੱਥੇ ਭਗਤ ਰਵਿਦਾਸ ਜੀ ਵੀ ਪ੍ਰਵਾਨ ਨੇ। ਕੰਮ 'ਤੇ ਵੀ ਮਰੇ ਹੋਏ ਪਸ਼ੂਆਂ ਦਾ ਚਮੜਾ ਲਾਣਾ, ਉਹਨਾਂ ਦੀ ਖੱਲ ਉਤਾਰਨੀ ਕੰਮ 'ਤੇ ਹੈ। ਕਿਰਤ ਇੱਥੇ ਕੋਈ ਮਾੜੀ ਨਹੀਂ ਹੈ। ਪਰ ਵਾਰ-ਵਾਰ ਮਾਇਆ ਦੀ ਗੱਲ ਹਰ ਇੱਕ ਭਗਤ ਦੇ ਮੁਖਾਰਬਿੰਦ ਤੋਂ ਸੁਣਦੇ ਹਾਂ। ਗੁਰੂ ਸਾਹਿਬਾਨ ਨੇ ਬਾਣੀ ਵਿੱਚ ਵਾਰ-ਵਾਰ ਮਾਇਆ ਦੀ ਗੱਲ ਕੀਤੀ, ਕਿਉਂਕਿ ਮਾਇਆ ਕੋਈ ਇੱਕ ਕੇਵਲ ਪੈਸੇ ਦਾ ਨਾਂ ਨਹੀਂ ਹੈ। ਗੁਰਬਾਣੀ ਮੁਤਾਬਿਕ ਮਾਇਆ ਤਾਂ ਮਹਾਰਾਜ ਕਹਿੰਦੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ, ਇਹ ਸਭ ਕੁਛ ਹੀ ਮਾਇਆ ਜਿਹਦੇ ਨਾਲ ਮੋਹ ਪੈਦਾ ਹੋ ਜਾਂਦਾ ਹੈ। ਭਾਉ ਦੂਜਾ ਲਾਇਆ, ਦੂਜਾ ਭਾਵ ਪੈਦਾ ਹੋ ਜਾਂਦਾ ਹੈ। ਦੂਜਾ ਭਾਵ ਪਰਮੇਸ਼ਰ ਨੂੰ ਛੱਡ ਕੇ ਦੂਜੇ ਨਾਲ ਪਿਆਰ ਪੈਦਾ ਹੋ ਜਾਂਦਾ ਹੈ। ਜਿਹਦੇ ਨਾਲ ਮੋਹ ਪੈਦਾ ਹੋ ਜਾਂਦਾ ਹੈ, ਪਿਆਰ ਪੈਦਾ ਹੋ ਜਾਂਦਾ ਹੈ, ਉਹ ਸਭ ਕੁਛ ਹੀ ਮਾਇਆ ਹੈ। ਜਿਸ ਮੋਹ ਪਿਆਰ ਦੇ ਵੱਜੇ ਹੋਏ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੱਬੀ ਗਿਆਨ ਤੋਂ ਟੁੱਟ ਜਾਂਦੇ ਹਾਂ। ਜਿਹੜਾ ਸਾਡੇ ਕੋਲ ਰੱਬੀ ਗਿਆਨ ਹੈ, ਰੂਹਾਨੀ ਗਿਆਨ ਹੈ, ਇਹ ਮਾਇਆ ਉਸ ਨੂੰ ਖੋ ਲੈਂਦੀ ਜੀਵਨ 'ਚੋਂ। ਅੱਜ ਦਾ ਜਿਹੜਾ ਸਿਧਾਂਤਿਕ ਪੱਖ ਹੈ ਭਗਤ ਕਬੀਰ ਸਾਹਿਬ ਜੀ ਦਾ, ਉਹ ਇਹ ਸਮਝਾਉਣਾ ਚਾਹੁੰਦੇ ਨੇ ਕਿ ਇਹ ਜਿਹੜੀ ਮਾਇਆ ਹੈ, ਇਸ ਮਾਇਆ ਨੇ ਮੇਰੇ ਜੀਵਨ ਵਿੱਚੋਂ ਗਿਆਨ ਰੂਪੀ ਜਿਹੜਾ ਰਤਨ ਹੈ, ਇਹ ਹਿਰ ਲਿਆ ਹੈ, ਖੋ ਲਿਆ ਹੈ, ਚੁਰਾ ਲਿਆ ਹੈ। ਹੁਣ ਤੁਸੀਂ ਕਹੋਗੇ ਵੀ ਸਾਡੇ ਕੋਲ ਕਿਹੜਾ ਹੀਰਾ ਸੀ ਜਿਹੜਾ ਲੈ ਕੇ ਆਏ ਸੀ? ਸਾਡੇ ਕੋਲ ਕਿਹੜਾ ਗਿਆਨ ਸੀ? ਅਸੀਂ ਤਾਂ ਜਦੋਂ ਜੰਮੇ ਸਨ ਸਾਨੂੰ ਤਾਂ ਕੋਈ ਗਿਆਨ ਨਹੀਂ ਸੀ, ਸਾਨੂੰ ਤਾਂ ਕੋਈ ਸਮਝ ਨਹੀਂ ਸੀ। ਅਸੀਂ ਤਾਂ ਸਕੂਲ ਗਏ ਤਾਂ ਗਿਆਨ ਹਾਸਲ ਕੀਤਾ, ਮਾਤਾ ਪਿਤਾ ਦੀ ਸੰਗਤ ਕੀਤੀ ਤਾਂ ਗਿਆਨ ਹਾਸਲ ਕੀਤਾ। ਪਰ ਉਹ ਕਿਹੜਾ ਗਿਆਨ ਹੈ ਜਿਹੜਾ ਗਿਆਨ ਇਸ ਮਾਇਆ ਨੇ ਸਾਡਾ ਹਿਰ ਲਿਆ? ਜਿਹੜਾ ਗਿਆਨ ਅਸੀਂ ਹਾਸਲ ਕੀਤਾ ਹੈ, ਦਾਸ ਮਾਫੀ ਮੰਗ ਕੇ ਬੇਨਤੀ ਕਰਾਂ, ਇਹ ਗਿਆਨ ਜਿਹੜਾ ਹੈ ਇਹ ਰੋਟੀਆਂ ਕਮਾਉਣ ਦਾ ਗਿਆਨ ਹੈ। ਇਹ ਰੋਟੀਆਂ ਕਮਾਉਣ ਦਾ ਗਿਆਨ ਹੈ। ਜਿਹੜਾ ਗਿਆਨ ਅਸੀਂ ਸਕੂਲਾਂ ਵਿੱਚੋਂ ਹਾਸਲ ਕਰਦੇ ਹਾਂ, ਕੋਈ ਡਾਕਟਰੀ ਕਰਦਾ ਹੈ, ਕੋਈ ਇੰਜੀਨੀਅਰ ਬਣ ਜਾਂਦਾ ਹੈ, ਕੋਈ ਹੋਰ ਕਿਸੇ ਲਾਈਨ ਦੇ ਵਿੱਚ ਗਿਆਨ ਜਿਹੜਾ ਹੈ ਉਹ ਇਕੱਠਾ ਕਰਦਾ ਹੈ। ਇਹ ਜਿਹੜਾ ਗਿਆਨ ਹੈ, ਇਹ ਸਾਰਾ ਦਾ ਸਾਰਾ ਜਿਹੜਾ ਗਿਆਨ ਹੈ, ਇਹ ਸਾਡੇ ਜੀਵਨ ਦੇ ਵਿੱਚ ਕੀ ਕਰਦਾ ਹੈ? ਇਹ ਪੈਸਾ ਇਕੱਠਾ ਕਰਾਉਣ ਦਾ ਗਿਆਨ ਹੈ। ਅਰਦਾਸ ਬੇਨਤੀ ਕਰੇ, ਮਾਇਆ ਕੇਵਲ ਪੈਸਾ ਨਹੀਂ ਹੈ। ਮਾਇਆ ਕੇਵਲ ਪੈਸਾ ਨਹੀਂ ਹੈ, ਕੇਵਲ ਧਨ ਨਹੀਂ ਹੈ, ਕੇਵਲ ਸੋਨਾ ਨਹੀਂ ਹੈ। ਗੁਰਬਾਣੀ ਦੇ ਮੁਤਾਬਿਕ ਮਾਇਆ ਜਿਹੜੀ ਹੈ ਉਹ ਪਰਿਵਾਰ ਵੀ ਹੋ ਸਕਦਾ ਹੈ, ਘਰ ਵੀ ਹੋ ਸਕਦਾ ਹੈ, ਕਾਰ ਵੀ ਹੋ ਸਕਦੀ ਹੈ, ਕੱਪੜੇ ਵੀ ਹੋ ਸਕਦੇ ਨੇ, ਮੋਬਾਈਲ ਵੀ ਹੋ ਸਕਦਾ ਹੈ। ਅੱਜ ਦੇਖਦੇ ਨਾ ਅਸੀਂ ਕਿ ਪੂਰਾ ਦਿਨ ਅਸੀਂ ਮੋਬਾਈਲ 'ਚ ਬੜੇ ਰਹਿੰਦੇ ਹਾਂ।
इस तो वड्डी तो माया मैनू किते नज़र नहीं आउंदी भी जितनी वड्डी माया अज बंदे नूं चिमड़ी हुई है। बंदा 5-6 घंटे फेसबुक वेख के भी कहता भी टाइम नहीं मिलता नितनेम करन दा। 5-6 घंटे मोबाइल ते बैठ के कहता है कि मेरे को समा नहीं, वक्त नहीं जी मेरे को। तो मैं कहना सब तो वड्डी माया तो यही लगी हुई है जी साडे सामने लगी हुई है। इस करके गुरबाणी कहती है कि वो सब कुछ माया है जिहड़ी चीज़ तैनूं रब दे नालों तोड़ देंदी है। केवल पैसा जिहड़ा वो माया नहीं है गुरबाणी दे विच। इस करके गुरबाणी ने सानू किरत दिती है भी असी पैसा कमा सकीए। इस करके किरत दिती कि असी पैसा कमा सकीए। किरत का होर कोई संबंध नहीं है, किरत का संबंध ही पैसा कमाने दे नाल है। इस करके अज दे शब्द विच जिहड़ी गल भगत कबीर साहब जी डंके की चोट नाल सानू समझा रहे हैं, वो ये गल समझाना चाहते भी एक गल नूं याद रखें जीवन के अंदर कि जिस माया दे नाल तेरा मोह पै गया, प्यार पै गया, उस प्यार ने की कीता ज्ञान रतन हिरलीन। तू जिहड़ा ज्ञान लैके संसार दे विच आया सी ना, वो तेरा ज्ञान रूपी हीरा चुरा लिया। तुसीं कहोगे साडे कोल किहड़ा ज्ञान सी साडे कोल ज्ञान सत संतोख दया धर्म खिमा जदों असीं जम्मे सी साडे कोल ज्ञान सी। तुसीं देखो ना कि 2 बच्चे छोटे होण लड़ पैण थोड़ी देर बाद फिर एक हो जाते। साडे नालों तो ज़्यादा ज्ञान है ना उन्हां नूं। असीं लड़ पैंदे आ पूरी जिंदगी बोलते नहीं, मैं तेरे नाल नहीं बोलना, अज तो बाद तेरे नाल गल नहीं करनी। साडे नालों तो चंगे ने कि वो लड़ पे थोड़ी देर बाद फिर खेड रहे हैं इकट्ठे। क्यों? क्योंकि उन्होंने दिमाग दे विच कोई फतूर नहीं है कि ये वखरा है, बेगाना है, अलग है। बच्चे नूं बच्चा अपने वर्गा ही लगता है, पर सानू तो दूजे अपने वर्गे नहीं ना लगते। ये साडे कोल ज्ञान सी, साडे कोल सबर सी, असी संतोखी सी, साडे कोल खिमा करन दी बिरती सी। जिवें जिवें असी वड्डे होए तो साडे जीवन विच की होया, खिमा करन दी बिरती खत्म हो गई, साडे जीवन विचों दया खत्म हो गई, साडे जीवन विचों सत खत्म हो गया। छोटे सां सच बोलते सां, कोई भी गल हुंदी सी सच कह देंदे सां। वड्डे हो गए चलाकियां आ गईयां, कोई कुछ पुछना चाहे तो असीं सच आखदे ही नहीं। अजोके बच्चे मैनूं कई माँ प्यो कहंदे ने भी बच्चे सच दसदे नहीं हैं। कहते जी कई बार बच्चों फोन करो पुछिए कित्थे हो, आखणगे बस घर दे लागे आ गए ने, 4-4 घंटे घरे नहीं आउंदे। भी वो लागा कित्थे घर दे, करैक्ट लोकेशन नहीं दसदे कित्थे आ असीं। एक तो फोन ने ना एक ऐसा काम किया भी बंदा फोन करदा कित्थे हो तो वो दसदा किते होर है, हुंदा किते होर है। असीं कितना झूठ बोलते हैं। फिर उस झूठ नूं लुकाउण वास्ते ये भी याद रखते हैं भी असीं घरदां नूं दस्सिआ जी भी फलानी थां ते आ, हुण घरदां ने फिर जाके पुछना सानूं भी कित्थे सी तुसीं, असीं फिर वही दसना असीं उत्थे सी। ये साडे कोल ज्ञान बचपन विच सी, असीं जिथे जांदे सी दसदे सी, पर जमाने विच वो ज्ञान झूठ विच तब्दील हो गया। सच जीवन चों अलोप हो गया, सच खंभ ला के उड़ गया। कबीर साहब कहते देख माया मोह दे विच खचित होके तेरे जीवन च की होया कि तेरे अंदर जिहड़ा ज्ञान रूपी हीरा सी ना, वो इस माया दे मोह ने चुरा लिया। तेरे जीवन दे विच शुभ गुण खत्म हो चुके हैं। और एक नहीं, साडे जीवन विच इस तरह के बहुत सारे गुण असी लैके आए सां। हौली हौली साडे जीवन विचों देखो ना धीरज खत्म हो गया, तृष्णा का जन्म हो गया, संतोख साडे जीवन चो अलोप हो चुकिया। असी रोज़ ये पढ़ के भी वो जीवन किरदार नहीं कढ़ पा रहे कि धोल धर्म दया का पूत। रोज़ पढ़ते हैं कि जिहड़ा धर्म है वो दया का पुत्र है, साडे अंदर दया है नहीं है। तो माफ़ करना, जे दया रूपी माँ नहीं है तो धर्म रूपी पुत्र का जन्म नहीं होएगा। धर्म का जदों भी जन्म होएगा ना, दया विचों धर्म का जन्म होना।
ਜਿੱਥੇ ਦਇਆ ਨਹੀਂ ਹੈ ਉੱਥੇ ਧਰਮ ਦਾ ਜਨਮ ਨਹੀਂ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕਦੀ ਆਪਣੇ ਵੱਲ ਝਾਤ ਮਾਰ ਕੇ ਵੇਖ ਕਿ ਜਿਹੜੇ ਹੀਰੇ ਤੋਂ ਲੈ ਕੇ ਆਇਆ ਸੀ ਉਹ ਹੀਰੇ ਇਸ ਮਾਇਆ ਨੇ ਚੁਰਾ ਲਏ ਨੇ। ਵੈਸੇ ਵੀ ਬੰਦੇ ਦਾ ਜੀਵਨ ਦੇਖਾਂਗੇ ਨਾ ਤੇ ਕਬੀਰ ਸਾਹਿਬ ਕਹਿੰਦੇ ਹਰ ਸਿਉ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋ ਜਗ ਜਾਏਂਗੇ ਸਤ ਭਾਖੈ ਰਵਿਦਾਸ। ਇਹ ਬਚਨ ਕਬੀਰ ਸਾਹਿਬ ਜੀ ਨੇ ਲਿਖੇ ਨੇ ਰਵਿਦਾਸ ਜੀ ਨੂੰ ਸੰਬੋਧਨ ਕਰਕੇ। ਕਬੀਰ ਸਾਹਿਬ ਦੇ ਸਲੋਕਾਂ ਵਿੱਚ ਇਹ ਵਚਨ ਨੇ। ਕਈ ਬੰਦੇ ਕਥਾ ਕਰਦੇ ਕਿ ਭਗਤ ਰਵਿਦਾਸ ਜੀ ਕਹਿੰਦੇ ਨੇ, ਭਗਤ ਰਵਿਦਾਸ ਜੀ ਨਹੀਂ ਕਹਿ ਰਹੇ, ਕਬੀਰ ਸਾਹਿਬ ਕਹਿ ਰਹੇ ਨੇ ਵੀ ਭਗਤ ਰਵਿਦਾਸ ਜੀ ਵੀ ਇਹ ਗੱਲ ਕਹਿੰਦੇ ਨੇ। ਕਿਉਂਕਿ ਜਿਨ੍ਹਾਂ ਨੇ ਬਾਣੀ ਦੇ ਸਿਰਲੇਖ ਨੂੰ ਨਹੀਂ ਪੜ੍ਹਿਆ, ਬਾਣੀ ਦੀ ਵਿਚਾਰਧਾਰਾ ਨੂੰ ਨਹੀਂ ਸਮਝਿਆ, ਉਹ ਕਈ ਵਾਰੀ ਬਾਣੀ ਪੜ੍ਹ ਕੇ ਵੀ ਸਾਨੂੰ ਗੁੰਮਰਾਹ ਕਰਦੇ। ਇਹ ਵਾਲਾ ਸ਼ਲੋਕ ਤੁਸੀਂ ਪੜ੍ਹਦੇ ਹੋ ਕਿ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਾਹੇ ਛੀਪੋ ਛਾਇ ਲੈ ਰਾਮ ਨਾ ਲਾਵੋ ਚੀਤ। ਇਹ ਕਿਹਨੇ ਲਿਖਿਆ? ਇਹ ਕਬੀਰ ਸਾਹਿਬ ਨੇ ਲਿਖਿਆ। ਇਹ ਉਹਨਾਂ ਭਗਤਾਂ ਦਾ ਜ਼ਿਕਰਾ ਲਿਖ ਰਹੇ ਨੇ ਵੀ ਦੋ ਭਗਤਾਂ ਵਿੱਚ ਆਪਸ ਵਿੱਚ ਚਰਚਾ ਚੱਲ ਰਹੀ ਹੈ, ਇੱਦਾਂ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਨੇ। ਲਿਖ ਕੌਣ ਰਿਹਾ? ਭਗਤ ਕਬੀਰ ਸਾਹਿਬ ਜੀ। ਬਾਣੀ ਨੂੰ ਸਾਨੂੰ ਬੜਾ ਸਮਝਣ ਦੀ ਲੋੜ ਹੈ। ਬਾਣੀ ਇਹ ਜਿਹੜਾ ਖਜ਼ਾਨਾ ਹੈ ਨਾ, ਆਪਾਂ ਇਸ ਖਜ਼ਾਨੇ ਨੂੰ ਰੁਮਾਲਿਆਂ ਤੱਕ ਸੀਮਿਤ ਰੱਖਿਆ। ਇਸਨੂੰ ਯਤਨ ਨਹੀਂ ਕੀਤਾ ਵੀ ਲੋਕਾਂ ਤੱਕ ਇਸ ਖਜ਼ਾਨੇ ਨੂੰ ਆਪਾਂ ਵੰਡੀਏ, ਲੋਕਾਂ ਤੱਕ ਇਸ ਖਜ਼ਾਨੇ ਨੂੰ ਲੈ ਕੇ ਜਾਈਏ, ਲੋਕਾਂ ਨੂੰ ਦੱਸੀਏ ਵੀ ਹੈ ਕੀ ਬਾਣੀ ਦੇ ਅੰਦਰ। ਹੁਣ ਇਸ ਤਰ੍ਹਾਂ ਦੇ ਬੇਅੰਤ ਬਾਣੀ ਦੀਆਂ ਪੰਕਤੀਆਂ ਨੇ, ਐਸੇ ਸ਼ਬਦ ਨੇ ਜਿਹੜੇ ਕਿ ਸਾਨੂੰ ਆਪ ਨੂੰ ਨਹੀਂ ਪਤਾ। ਹੁਣ ਕਈ ਵਾਰੀ ਵਿਆਖਿਆਕਾਰ ਮੈਂ ਸੁਣਦਾ ਹੈ, ਬਹੁਤ ਸਾਰੇ ਲੋਕਾਂ ਦੀ ਵਿਆਖਿਆ ਸੁਣਦਾ ਹੈ, ਉਹ ਕਹਿ ਦਿੰਦੇ ਜੇ ਕਬੀਰ ਭਗਤ ਸੂਰਦਾਸ ਜੀ ਨੇ ਸ਼ਬਦ ਉਚਾਰਨ ਕੀਤਾ, ਪਰ ਉਹਨਾਂ ਨੇ ਕਦੀ ਗਹੁ ਨਾਲ ਤੱਕਿਆ ਹੀ ਨਹੀਂ ਕਿ ਭਗਤ ਸੂਰਦਾਸ ਜੀ ਦਾ ਸ਼ਬਦ ਨਹੀਂ, ਕੇਵਲ ਇੱਕ ਤੁਕ ਹੈ। ਹਾਂ, ਇੱਕ ਤੁਕ ਦੇ ਵਿੱਚ ਮੈਸੇਜ ਬੜੇ ਕਮਾਲ ਦਾ ਹੈ। ਕੁੱਜੇ ਵਿੱਚ ਸਮੁੰਦਰ ਜਿਹੜਾ ਪਾ ਕੇ ਉਹਨਾਂ ਨੇ, ਇਸ ਤਰ੍ਹਾਂ ਜਿਵੇਂ ਕੁੱਜੇ ਸਮੁੰਦਰ ਬੰਦ ਕਰ ਦਈਏ ਨਾ, ਇਸ ਤਰ੍ਹਾਂ ਇੱਕ ਤੁਕ ਦੇ ਵਿੱਚ ਉਹਨਾਂ ਨੇ ਗੁਰਮਤਿ ਦਾ ਸਾਰ ਦੱਸ ਦਿੱਤਾ ਕਿ ਛਾੜ ਮਨ ਹਰ ਬੇਮੁਖਨ ਕੋ ਸੰਗ। ਹੇ ਮਨਾ, ਉਹਨਾਂ ਦਾ ਸਾਥ ਛੱਡ ਦੇ ਜਿਹੜੇ ਪਰਮਾਤਮਾ ਤੋਂ ਬੇਮੁਖ ਨੇ। ਕਿਉਂਕਿ ਕੁਦਰਤੀ ਹੈ, ਬੇਮੁਖ ਦੀ ਸੰਗਤ ਛੱਡੇਗਾ ਬੰਦਾ ਤੇ ਗੁਰਮੁਖਾਂ ਦੀ ਸੰਗਤ ਕਰੇਗਾ। ਸੰਗਤ ਤੋਂ ਬਿਨਾਂ ਬੰਦਾ ਰਹਿ ਨਹੀਂ ਸਕਦਾ। ਮਨੁੱਖ ਨੂੰ ਸੰਗਤ ਚਾਹੀਦੀ ਹੈ, ਇਹ ਸੰਗ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹਨੂੰ ਕੋਈ ਨਾ ਕੋਈ ਸੰਗੀ ਚਾਹੀਦਾ ਹੈ। ਪਤੀ ਪਤਨੀ ਭਰਾ ਮਾਤਾ ਪਿਤਾ ਸਾਗ ਸੰਬੰਧੀ ਕੋਈ ਨਾ ਕੋਈ ਸੰਗ ਤੇ ਚਾਹੀਦਾ। ਜਿਤਨੇ ਰਸਤੇ ਨਾਤੇ ਨੇ ਸਾਡੇ ਸੰਗੀ ਕਰਕੇ ਹੀ ਹੈ ਨਾ ਸਾਰੇ, ਕਿਉਂ ਇਕੱਲੇ ਨਹੀਂ ਰਹਿ ਸਕਦੇ ਸੀ, ਅਸੀਂ ਸੰਗੀ ਹਾਂ। ਕਿਸੇ ਨਾ ਕਿਸੇ ਦੇ ਨਾਲ ਰਵਾਂਗੇ, ਪਰ ਜਦੋਂ ਅਸੀਂ ਬੇਮੁਖ ਬੰਦਿਆਂ ਦਾ ਸੰਗ ਛੱਡਾਂਗੇ ਫਿਰ ਅਸੀਂ ਕਿਹਦਾ ਸੰਗ ਕਰਾਂਗੇ? ਗੁਰਮੁਖਾਂ ਦਾ, ਚੰਗੇ ਬੰਦਿਆਂ ਦਾ, ਉਹਨਾਂ ਦੀ ਸੰਗਤ ਵਿੱਚ ਰਵਾਂਗੇ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇਹ ਪੰਕਤੀ ਜਿਹੜੀ ਹੈ ਉਹ ਲਿਖ ਕੇ ਉੱਪਰ ਨਾ ਫਿਰ ਜੋ ਅੱਗੇ ਲਿਖ ਦਿੱਤਾ, ਸਾਰੰਗ ਮਹਿਲਾ ਪੰਜਵਾਂ, ਅੱਗੇ ਲਿਖ ਦਿੱਤਾ ਸੂਰਦਾਸ। ਸਿਰਲੇਖ ਦੇਖਿਆ ਕਰੋ, ਗੁਰਬਾਣੀ ਵਿੱਚ ਲਿਖੇ ਹੋਏ ਨੇ ਕਿੱਦਾਂ ਦੇ ਸਿਰਲੇਖ ਨੇ। ਉੱਥੇ ਲਿਖਿਆ ਹੋਇਆ ਵੀ ਇਹ ਉੱਪਰਲੀ ਤੁਕ ਲਿਖ ਕੇ ਨਾਲ ਲਿਖ ਦਿੱਤਾ ਸਾਰੰਗ ਮਹਿਲਾ ਪੰਜਵਾਂ, ਸੂਰਦਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਵਸੈ ਹਰ ਲੋਕ। ਅੱਗੇ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ, ਸੂਰਦਾਸ ਜੀ ਨੇ ਉਚਾਰਨ ਨਹੀਂ ਕੀਤਾ। ਇਸ ਤਰ੍ਹਾਂ ਹੀ ਭਗਤ ਧੰਨਾ ਜੀ ਦੇ ਪਰਥਾਏ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਹਿਲਾ ਪੰਜਵਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਇਹ ਸ਼ਬਦ ਭਗਤ ਧੰਨਾ ਜੀ ਦਾ ਉਚਾਰਨ ਕੀਤਾ ਹੋਇਆ ਨਹੀਂ ਹੈ, ਇਹ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਪਰ ਅਸੀਂ ਜੋ ਕਿਤਨੇ ਸਾਲਾਂ ਤੋਂ ਜਦੋਂ ਮੈਂ ਇਤਨੇ ਪ੍ਰਚਾਰਕ ਸੁਣਦਾ, ਉਹ ਕਹੀ ਜਾਂਦੇ ਵੀ ਭਗਤ ਧੰਨਾ ਜੀ ਨੇ ਸ਼ਬਦ ਉਚਾਰਨ ਕੀਤਾ, ਉਹ ਇਹ ਗੱਲ ਕਹਿ ਰਹੇ ਨੇ। ਇਸ ਦਾ ਅਰਥ ਹੈ ਵੀ ਅਸੀਂ ਅਜੇ ਗੁਰਬਾਣੀ ਦੀ ਖੋਜ ਵੀ ਭਰਪੂਰ ਨਹੀਂ ਕੀਤੀ, ਜੋ ਖੋਜ ਸਾਨੂੰ ਕਰਨੀ ਚਾਹੀਦੀ ਸੀ, ਜੋ ਗੁਰਬਾਣੀ ਨੂੰ ਪਰਚੋਲਣਾ ਚਾਹੀਦਾ ਸੀ, ਅਸੀਂ ਨਹੀਂ ਪਰਚੋਲਿਆ। ਅਸੀਂ ਕਹੀਆਂ ਗੱਲਾਂ ਲੋਕਾਂ ਤੱਕ ਪਹੁੰਚਾ ਰਹੇ, ਆਪ ਆਪਣਾ ਕੋਈ ਪਰਚੋਲ ਕਰਨ ਦਾ ਇਰਾਦਾ ਸਾਡਾ ਨਹੀਂ ਹੈ। ਹੁਣ ਜੇ ਆਪਾਂ ਪਰਚੋਲਾਂਗੇ ਤਾਂ ਪਤਾ ਲੱਗੇਗਾ ਵੀ ਇਹ ਸ਼ਬਦ ਤਾਂ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਇਸ ਕਰਕੇ ਮੈਂ ਤੁਹਾਨੂੰ ਤਾਂ ਗੱਲ ਕੀਤੀ, ਇਹ ਜਿਹੜਾ ਸ਼ਲੋਕ ਹੈ ਨਾ, ਇਹ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ
ते नर दोजक जाहेंगे सत भाखै रविदास। ये कबीर साहब कह रहे हैं और विचार की दस रहे हैं भी भगत रविदास जी भी ये गल सच्ची कहते हैं भी हरि रूपी हीरा छड़ के लोग होर चीज़ों की आस करते, पर जेड़े होर दी आस करते हैं वो लोग दोजक नूं जाणगे नरकां नूं जाणगे। ये गल की गवाही दे रहे हैं कबीर साहब, कहते रविदास जी भी यही गल कहते। इस तरह ही नाम माया मोया की गल करते कबीर साहब। दो भगतां की डिबेट कराते हैं, उन्हां दी चर्चा अपनी बाणी के राही वो लोगों के सामने रख देंगे ने परोस के। इत्थे भी भगत कबीर साहब कहते हैं कभी अपनी जिंदगी वल अपने जीवन वल निगाह मार के वेख, इस माया के मूह विच तू इतना गलतान हो गया कि तेरे जीवन विचों ज्ञान रूपी जिहड़ा हीरा सी ना वो इस माया ने चुरा लिया है। क्योंकि माया चोरटी, कबीर साहब कहते ये माया चोरटी है, चोरी कर दी है माया। कितना दे घर चोरी कर लै, किमें कर दी है? नैनो नींद पर दृष्ट विकार, सरवण सोए सुन निंद विचार, मन सोया माया विस्माद, रसना सोई लोभ मीठे स्वाद, इस ग्रह में कोई जागत रहे, सावत वस्त ओ अपनी लै। कोई जागदा पई घर दे अंदर सुते होया ते इस माया ने जो कुछ है साडे अंदर सब कुछ चोरी कर लेना। ताई महाराज ने कहा, कहते माया दे पुत्र तेरे घर नूं लुट रहे ने, चोरी कर रहे ने। इस देही में पंच चोर वसै, काम क्रोध लोभ मोह अहंकारा। महाराज कहते अमृत लुटै मनमुख नहीं बूझै, कोई ना सुनै पुकारा। तेरा अमृत तो लुट लिया इन्होंने, तू कभी बुझदा ही नहीं है। फिर समझा रहे ने भी तू माया च क्यों गलतान हो रहे हैं। आखन लगे पहले पदे विच कहते ने जग जीवन ऐसा सुपने जैसा। इस शब्द विच एक होर गल तुहाडे नाल ध्यान च पांदा चलां। जग जीवन दो थां ते आया, पर दोनों थावां ते जग जीवन लिखिया अलग अलग तरीके नाल है। पहली थां ते जग दे गग्गे नूं स्यारी पई है ते जीवन दे नन्ने नूं औंकड़ पई है, पर दूजी थां ते जदों जग जीवन ऐसा आया उत्थे जग दे गग्गे नूं मुक्ता है ते जीवन दे नन्ने नूं औंकड़ पई हुई है, ते उत्थे इकट्ठा लिखिया होया है। दोनों दे अर्थां 'च फर्क है। उत्थे जग जीवन परमात्मा नूं कहा जा रहा, इत्थे जग संसार नूं कहा जा रहा, ते जीवन कह रहा तेरा जीवन बारे जिंदगी बारे कहा जा रहा। इत्थे अर्थ आपां पाठ इकट्ठा ही पढ़ जाने, जग जीवन ऐसा, उत्थे भी जग जीवन ऐसा। एको ही पंक्ति एको ही शब्द के अंदर जग जीवन दो थां ते आया, पर दोनों दे लिखण दा तरीका वखो वखरा है। तुसीं देखो बाणी नूं कितनी परचोल करन दी लोड़ है कि एक अखर नूं जे एक शब्द विच दो तीन वारी आया तो तीन रूपां च है। तब तब लोए लोए हाथ मरोरो, बाबल होई सो सै लोरो। सै अखर तीन रूपां च आए थे। तैसै मन में किया रोस, मुझ अवगुण सै नाही दोष, तै साहिब की सार न जानी, जोवन खोए पाछे पछतानी। सैखर तीन रूपां विच है। सस्से दे हाए नूं स्यारी, सस्से दा हाहा मुक्ता, सस्से दा हाहा औंकड़ वाला। तीन अर्थ अखर इको जिहा। कितनी विलखणता बाणी दे विच, कितने अर्थ निकलणगे बाणी दे। अखर इको जिहा बोल रहा मैं, सह बोल रहा तिन्ने थावां ते, पर तिन्नां दे रूप तिन्न ने, तिन्नां दे अर्थ भी वखो वखरे ने। इस करके मैं तां तुहाडा ध्यान दिया रहा। इत्थे लिखिया जग, थोड़ा रुकना इत्थे फिर। जग जीवन ऐसा सुपने जैसा। भगत कबीर साहब कहते ने जगत विच मनुख की जिंदगी इहो जी है जिहो जिहा सपना हुंदा है, सुपना आउंदा है, उस तरह की जिंदगी है। सुपना क्यों कह रहे हैं? जिंदगी नूं सुपना कह रहे हैं। असीं तो सब कुछ रियल समझी बैठे हैं, अपना समझी बैठे हैं। सुपने इस करके कह रहे हैं जिंदगी नूं कि सुपने विच जो कुछ असीं देखते हाँ, जदों सुपना टुटदा है तो उस वेले कोई भी चीज़ अपनी नहीं होंदी। जिंदगी भी इस तरह ही है। एक सुपना है जदों अखां बंद हुईयां, असी सो गए, सुपना आया, सुपने विच महल माड़ियां वेख लियां, सुपने दे विच सुख दुख वेख लए,
ਅਸੀਂ ਸੁਪਨੇ ਵਿੱਚ ਹੀ ਦੁਖੀ ਹੋ ਗਏ। ਜਿਵੇਂ ਭਗਤ ਰਵਿਦਾਸ ਜੀ ਆਖਦੇ ਨੇ, ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਉਹ ਹਾਲਤ ਹੈ ਸਾਡੀ। ਜ਼ਿੰਦਗੀ ਵੀ ਸੁਪਨਾ ਹੈ, ਸੁਣਦੇ ਹਾਂ ਉਹ ਵੀ ਸੁਪਨਾ ਹੈ। ਉੱਥੇ ਜੋ ਕੁਝ ਦਿਖਾਈ ਦਿੰਦਾ, ਉੱਠਦੇ ਹਾਂ ਆਲੇ ਦੁਆਲੇ ਕੁਛ ਵੀ ਨਹੀਂ ਹੁੰਦਾ। ਸੁਪਨੇ ਵਿੱਚ ਵੱਡੇ ਮਹਿਲ 'ਚ ਰਹਿ ਰਹੇ ਸਾਂ, ਸੁਪਨੇ ਵਿੱਚ ਕਿਤੇ ਐਸਾ ਸਫ਼ਰ ਕਰਦੇ ਪਏ ਸੀ, ਅੱਖ ਖੁੱਲ੍ਹੀ ਤਾਂ ਨਾ ਕਿਤੇ ਵੱਡਾ ਮਹਿਲ ਨਜ਼ਰ ਆ ਰਿਹਾ ਹੈ, ਨਾ ਕਿਤੇ ਹਵਾਈ ਜਹਾਜ਼ਾਂ 'ਚ ਘੁੰਮ ਰਹੇ ਹਾਂ। ਬਹੁਤ ਕੁਝ ਸੁਪਨੇ ਵਿੱਚ ਅਲੱਗ ਅਲੱਗ ਦੇਖਦੇ ਹਾਂ, ਪਰ ਰੀਅਲ 'ਚ ਦੇਖਦੇ ਕੁਛ ਵੀ ਨਹੀਂ। ਇਸ ਤਰ੍ਹਾਂ ਹੀ ਇੱਕ ਸੁਪਨਾ ਹੈ ਇਹ ਜ਼ਿੰਦਗੀ, ਕਿ ਜਦੋਂ ਤੱਕ ਅੱਖਾਂ ਖੁੱਲ੍ਹ ਰਹੀਆਂ ਨੇ ਸਭ ਕੁਝ ਆਪਣਾ ਲੱਗ ਰਿਹਾ। ਘਰ ਮੇਰਾ ਹੈ, ਬੱਚੇ ਮੇਰੇ ਨੇ, ਪੈਸੇ ਮੇਰੇ ਨੇ, ਕੱਪੜੇ ਮੇਰੇ ਨੇ, ਸਭ ਕੁਝ ਆਪਣਾ ਲੱਗ ਰਿਹਾ। ਅੱਖਾਂ ਹੋਣੀ ਬੰਦ ਹੋ ਗਈਆਂ, ਕੁਛ ਵੀ ਆਪਣਾ ਨਹੀਂ ਹੈ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਬੰਦਾ ਕਹਿੰਦਾ ਜਦੋਂ ਅੱਖਾਂ ਬੰਦ ਹੋ ਜਾਂਦੀਆਂ, ਮਰ ਜਾਂਦਾ ਬੰਦਾ, ਵੀ ਹੁਣ ਮੇਰੀ ਅਲਮਾਰੀ 'ਚੋਂ ਕੱਪੜੇ ਕੱਢ ਦਿਓ, ਹੁਣ ਮੇਰਾ ਸੋਨਾ ਉੱਥੇ ਰੱਖਿਆ। ਅੱਖਾਂ ਖੁੱਲ੍ਹੀਆਂ ਸਨ, ਮੈਂ ਕਹਿ ਰਿਹਾ ਸੀ ਘਰ ਮੇਰਾ ਹੈ, ਪਦਾਰਥ ਮੇਰੇ ਨੇ, ਅੱਖਾਂ ਬੰਦ ਹੋ ਗਈਆਂ, ਮੈਂ ਕਹਿ ਹੀ ਨਹੀਂ ਰਿਹਾ ਕੁਛ ਵੀ। ਹੁਣ ਸੁਪਨਾ ਨਹੀਂ ਤੇ ਹੋਰ ਕੀ ਹੈ। ਕਬੀਰ ਸਾਹਿਬ ਕਹਿੰਦੇ ਨੇ ਜਗ ਜੀਵਨ ਐਸਾ ਸੁਪਨੇ ਜੈਸਾ। ਜਿਵੇਂ ਦਾ ਸੁਪਨਾ ਇਸ ਤਰ੍ਹਾਂ ਤੇਰੀ ਜ਼ਿੰਦਗੀ ਹੈ। ਕਹਿਣ ਲੱਗੇ ਜੀਵਨ ਸੁਪਨ ਸਮਾਨੰ। ਤੇਰੀ ਜਿਹੜੀ ਜ਼ਿੰਦਗੀ ਹੈ ਨਾ, ਉਹ ਸੁਪਨੇ ਵਰਗੀ ਹੈ। ਬਸ ਅੱਖ ਖੁੱਲੀ ਦਾ ਸੁਪਨਾ ਹੈ, ਉਹ ਅੱਖ ਬੰਦ ਦਾ ਸੁਪਨਾ ਹੈ। ਬਸ ਇਤਨਾ ਹੀ ਫਰਕ ਹੈ, ਹੋਰ ਬਹੁਤਾ ਕੋਈ ਫਰਕ ਨਹੀਂ ਹੈ। ਫਿਰ ਕਹਿਣ ਲੱਗੇ ਸਾਚ ਕਰ ਹਮ ਗਾਂਠ ਦੀਨੀ, ਛੋੜ ਪਰਮ ਨਿਧਾਨੰ। ਆਖਣ ਲੱਗੇ ਅਸਾਂ ਸਭ ਤੋਂ ਉੱਚੇ ਸੁੱਖਾਂ ਦੇ ਖਜ਼ਾਨੇ ਪਰਮਾਤਮਾ ਨੂੰ ਛੱਡ ਦਿੱਤਾ, ਅਤੇ ਇਸ ਸੁਪਨ ਸਮਾਨ ਜੀਵਨ ਨੂੰ ਸਦਾ ਕਾਇਮ ਰਹਿਣ ਵਾਲਾ ਜਾਣ ਕੇ ਨਾ, ਇਸ ਨੂੰ ਗੰਢ ਪਾ ਕੇ ਰੱਖੀ ਹੋਈ ਹੈ, ਜੱਫਾ ਪਾ ਕੇ ਰੱਖਿਆ ਹੋਇਆ। ਘਰ ਨੂੰ ਜੱਫਾ, ਪਰਿਵਾਰ ਨੂੰ ਜੱਫਾ, ਪੈਸਿਆਂ ਨੂੰ ਜੱਫਾ, ਰਿਸ਼ਤਿਆਂ ਨੂੰ ਜੱਫਾ। ਮੇਰੇ ਰਿਸ਼ਤੇ ਨੇ, ਮੇਰਾ ਪਰਿਵਾਰ, ਮੇਰੇ ਬੱਚੇ, ਅਤੇ ਜਿਹੜਾ ਮੇਰਾ ਸੀ, ਕਬੀਰ ਸਾਹਿਬ ਕਹਿੰਦੇ ਉਸ ਪਰਮ ਸੁੱਖ ਪਰਮਾਤਮਾ ਨੂੰ ਛੱਡ ਕੇ ਇਸ ਸੁਪਨੇ ਵਰਗੀ ਚੀਜ਼ਾਂ ਨੂੰ ਜੱਫਾ ਪਾਇਆ ਹੋਇਆ ਹੈ। ਇਹਨੂੰ ਮਹਾਰਾਜ ਆਖਦੇ ਨੇ ਮਹਾ ਭਿਆਨ ਉਦਿਆਨ, ਨਗਰ ਕਰ ਮਾਨਿਆ, ਝੂਠ ਸਮਗਰੀ ਪੇਖ, ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ, ਸਿਰ ਲੱਗਾ ਜਮਡੰਡ ਤਾਂ ਪਛੋਤਾਨਿਆ, ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਤੂੰ ਪੂਰੇ ਗੁਰੂ ਦੀ ਆਗਿਆ 'ਤੇ ਚੱਲਦਾ ਹੀ ਨਹੀਂ। ਫਿਰ ਕਹਿਣ ਲੱਗੇ ਨੈਣ ਦੇਖ ਪਤੰਗ ਉਰਝੈ, ਪਸ ਨਾ ਦੇਖੈ ਆਗ, ਕਾਲ ਫਾਸ ਨਾ ਮੁਗਧ ਚੇਤੈ, ਕਨਿਕ ਕਾਮਨ ਲਾਗ। ਕਹਿੰਦੇ ਤੇਰਾ ਜੀਵਨ ਭੰਬਟ ਵਰਗਾ, ਪਤੰਗੇ ਵਰਗਾ। ਤੇਰਾ ਜੀਵਨ ਪਤੰਗੇ ਵਰਗਾ ਹੈ। ਉਹ ਕੀ ਕਰਦਾ ਹੈ? ਕਹਿੰਦੇ ਪਤੰਗਾ ਅੱਖਾਂ ਨਾਲ ਦੀਵੇ ਦੀ ਲਾਟ ਨੂੰ ਵੇਖਦਾ ਹੈ। ਪਤੰਗਾ ਅੱਖਾਂ ਨਾਲ ਦੀਵੇ ਦੀ ਲਾਟ ਨੂੰ ਵੇਖਦਾ ਹੈ। ਪਤੰਗਾ ਅੱਖਾਂ ਨਾਲ ਲਾਟੂ ਨੂੰ, ਦੀਵੇ ਨੂੰ, ਜਾਂ ਆਪਾਂ ਕਹਿ ਲਈਏ ਬਲਬ ਨੂੰ ਜਗਦਾ ਵੇਖਦਾ ਹੈ, ਅਤੇ ਅੱਖਾਂ ਨਾਲ ਦੇਖ ਕੇ ਇਹ ਭੁੱਲ ਹੀ ਜਾਂਦਾ ਹੈ ਕਿ ਇਹ ਤਾਂ ਅੱਗ ਹੈ। ਪਤੰਗਾ ਕੀ ਕਰਦਾ? ਦੀਵੇ ਦੀ ਲਾੜ 'ਤੇ ਜਾ ਕੇ ਬਹਿ ਜਾਂਦਾ। ਪਤੰਗਾ ਤੁਸੀਂ ਦੇਖਿਆ ਨਾ, ਦੀਵੇ ਦੀ ਲਾੜ 'ਤੇ ਆ ਕੇ ਬਹਿ ਜਾਂਦਾ ਹੈ। ਕਵੀ ਸਾਹਿਬ ਕਹਿੰਦੇ ਦੇਖ ਜੀਵਨ ਕੈਸਾ, ਨੈਣ ਦੇਖ ਪਤੰਗ ਉਰਝੈ। ਅੱਖਾਂ ਨਾਲ ਦੇਖ ਕੇ ਪਤੰਗਾ ਭੁੱਲ ਹੀ ਜਾਂਦਾ ਹੈ। ਪਸ ਨਾ ਦੇਖੈ ਆਗ, ਕਹਿੰਦੇ ਉਹ ਮੂਰਖ ਅੱਗ ਨੂੰ ਨਹੀਂ ਵੇਖਦਾ, ਪਸ਼ੂ ਬਿਰਤੀ ਦਾ ਮਾਲਕ ਹੈ। ਕਹਿੰਦੇ ਇਸ ਤਰ੍ਹਾਂ ਹੀ ਤੇਰਾ ਜੀਵਨ ਹੈ। ਕਾਲ ਫਾਸ ਨਾ ਮੁਗਧ ਚੇਤਾ ਹੈ। ਕਹਿੰਦੇ ਮੂਰਖ ਜੀਵ ਨੂੰ ਕਹਿੰਦੇ ਇਹ ਕਾਲ ਦੀ ਹਾਈ ਚੇਤੇ ਨਹੀਂ ਰਹਿੰਦੀ। ਕਨਿਕ ਕਾਮ ਨਹੀਂ ਲਾਗ। ਕਨਿਕ ਕਹਿੰਦੇ ਨੇ ਸੋਨੇ ਨੂੰ, ਕਾਮ ਨਹੀਂ ਕਹਿੰਦੇ ਨੇ ਇਸਤਰੀ ਨੂੰ। ਭਾਵ ਪਰਿਵਾਰ ਟੱਬਰ ਅਤੇ ਇਹਨਾਂ ਦੇ ਨਾਲ ਇਹ ਜੁੜਿਆ ਰਹਿੰਦਾ ਹੈ। ਭਾਵ ਕਿ ਇਹ ਮੂਰਖ ਜੀਵ ਸੋਨੇ, ਇਸਤਰੀ ਦੇ ਮੋਹ ਵਿੱਚ, ਹੋਰ ਪਦਾਰਥਾਂ ਦੇ ਵਿੱਚ ਇਹ ਫਸਿਆ ਰਹਿੰਦਾ ਹੈ, ਇਹ ਗਲਤਾਨ ਰਹਿੰਦਾ ਹੈ। ਅਤੇ ਇਸ ਨੂੰ ਵੀ ਸਮਝ ਨਹੀਂ ਆਉਂਦੀ ਕਿ ਇਹ ਤਾਂ ਇਸ ਤਰ੍ਹਾਂ ਹੀ ਜਿਵੇਂ ਪਤੰਗੇ ਵਾਸਤੇ ਦੀਵੇ ਦੀ ਲਾਟ ਹੈ, ਅੱਗ ਹੈ। ਇਹ ਸਾਰਾ ਕੁਝ ਅੱਗ ਹੀ ਦੱਸ ਰਹੇ ਨੇ, ਕਿਉਂਕਿ ਜਿਨ੍ਹਾਂ ਨੂੰ ਤੂੰ ਆਪਣੇ ਸਮਝ ਰਿਹਾ ਨਾ, ਇਹ ਤਾਂ ਸਿਰਫ ਇਤਨਾ ਕੁਛ ਹੈ। ਸਤਿਗੁਰੂ ਕਹਿੰਦੇ, ਗੁਰੂ ਤੇਗ ਬਹਾਦਰ ਮਹਾਰਾਜ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੋਂ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸੋ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ।
ਇਹ ਵਿਧ ਕੋ ਵਿਵਹਾਰ ਬਣਿਓ ਹੈ, ਜਾਸੋ ਨੇਹ ਲਗਾਇਓ। ਤੇ ਕੀ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ? ਕਹਿੰਦੇ ਅੰਤ ਕਾਲ ਨਾਨਕ ਬਿਨ ਹਰ ਜੀ, ਕੋ ਕਾਮ ਨਾ ਆਇਓ। ਕਿਸੇ ਨੇ ਕੰਮ ਨਹੀਂ ਆਉਣਾ, ਪਰ ਤੂੰ ਭੁੱਲ ਗਿਆ ਪਤੰਗੇ ਵਾਂਗ, ਲਾਟ ਨੂੰ ਹੀ ਭੁੱਲ ਗਿਆ, ਉੱਤੇ ਜਾ ਕੇ ਬੈਠ ਕੇ ਆਪਣਾ ਆਪ ਹੀ ਸੜਾ ਲਿਆ। ਅਸੀਂ ਇਹਨਾਂ ਸਾਰਿਆਂ 'ਚ ਫਸ ਕੇ ਆਪਣੇ ਆਪ ਨੂੰ ਸਾੜਦੇ ਫਿਰਦੇ ਹਾਂ ਨਾ। ਇਸ ਨੂੰ ਮਹਾਰਾਜ ਨੇ ਇੱਦਾਂ ਲਿਖਿਆ ਬਾਣੀ 'ਚ। ਮਹਾਰਾਜ ਆਖਦੇ ਨੇ ਮੁਕਤ ਮਾਲ ਕਨਕ ਲਾਲ ਹੀਰਾ, ਮਨਰੰਜਨ ਕੀ ਮਾਇਆ, ਹਾਹਾ ਕਰਤ ਬਿਹਾਨੀ ਅਬਦੈ, ਤਾਂ ਮੈਂ ਸੰਤੋਖ ਨਾ ਪਾਇਆ। ਪਤੰਗੇ ਵਾਲਾ ਹੀ ਹਾਲ ਹੈ, ਸੰਤੋਖੀ ਦਾ ਹੋਇਆ ਨਹੀਂ, ਨਾ ਕੁਝ ਪ੍ਰਾਪਤ ਕਰ ਲਿਆ। ਤੂੰ ਫਸਿਆ ਪਿਆ, ਤੂੰ ਮੂਰਖਾ। ਕਦੇ ਦੇਖ ਲੈ ਇਸ ਨੂੰ। ਪਤੰਗਾ ਵੀ ਨਹੀਂ ਵੇਖਦਾ, ਅੱਖਾਂ ਖੁੱਲੀਆਂ ਨੇ। ਇਹ ਅੱਗੇ ਲਾਟ ਹੈ, ਅੱਗ ਹੈ, ਕੋਲ ਜਾਵਾਂਗਾ, ਇਹ ਅੱਗ ਮੇਰੇ ਮੁਖ ਨੂੰ ਸਾੜ ਕੇ ਮੈਨੂੰ ਧਰਤੀ 'ਤੇ ਡੇਗ ਦੇਗੀ। ਪਰ ਤੂੰ ਮੂਰਖਾ ਇਹਦੇ ਵਿੱਚ ਫਸਿਆ ਹੋਇਆ। ਲਾਸਟ ਪੰਕਤੀ 'ਚ ਆਖਣ ਲੱਗੇ ਕਰ ਵਿਚਾਰ। ਕਹਿੰਦੇ ਵਿਚਾਰ ਕਰ। ਕਬੀਰ ਸਾਹਿਬ ਕਹਿੰਦੇ ਨੇ ਤੇ ਵਿਕਾਰ ਪਰ ਹਰ, ਵਿਕਾਰਾਂ ਨੂੰ ਛੱਡ ਦੇ ਅਤੇ ਵਿਚਾਰ ਕਰ ਪਾਓ ਪਰਮਾਤਮਾ ਨੂੰ ਚੇਤੇ ਕਰਨ ਦੀ ਵਿਚਾਰ ਕਰ। ਤਰਨ ਤਾਰਨ ਸੋਏ, ਕਿਉਂਕਿ ਇਸ ਸੰਸਾਰ ਸਮੁੰਦਰ ਵਿੱਚੋਂ ਤਰਨ ਲਈ ਉਹ ਅਕਾਲ ਪੁਰਖ ਵਾਹਿਗੁਰੂ ਹੀ ਜਹਾਜ਼ ਹੈ। ਉਹੀ ਤੈਨੂੰ ਪਾਰ ਕਰ ਸਕਦਾ ਹੈ, ਕਿਉਂਕਿ ਉਹ ਅਕਾਲ ਪੁਰਖ ਹੀ ਹੈ ਜਿਹੜਾ ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁੱਖ ਨਾ ਸਕੈ ਵਿਆਪ। ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਪਰ ਤੂੰ ਉਸਨੂੰ ਚੇਤੇ ਕਰ। ਕਰ ਵਿਚਾਰ ਵਿਕਾਰ ਪਰ ਹਰ, ਇਹਨਾਂ ਵਿਕਾਰਾਂ ਨੂੰ ਛੱਡ ਦੇ, ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ, ਕਿਉਂਕਿ ਉਹੀ ਤੈਨੂੰ ਪਾਰ ਕਰ ਸਕਦਾ ਹੈ। ਕਹਿ ਕਬੀਰ ਜਗ ਜੀਵਨ ਐਸਾ। ਹੁਣ ਇੱਥੇ ਜਗ ਜੀਵਨ, ਜਗ ਦੇ ਗੱਗੇ ਨੂੰ ਨਾ ਤਾਂ ਔਂਕੜ ਹੈ ਨਾ ਸਿਆਰੀ ਹੈ, ਮੁਕਤਾ ਇਹਨੂੰ ਪਾਠ ਕਰਾਂਗੇ ਜਗ ਜੀਵਨ। ਜਗ ਜੀਵਨ ਦਾ ਅਰਥ ਹੈ ਇੱਥੇ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ। ਉੱਥੇ ਆਇਆ ਸੀ ਜਗਤ, ਇਸ ਕਰਕੇ ਇਹਨੂੰ ਪਾਠ ਕਰਾਂਗੇ ਜਗ ਜੀਵਨ ਐਸਾ। ਜਗ ਵੱਖਰਾ, ਜੀਵਨ ਵੱਖਰਾ, ਇੱਥੇ ਇਕੱਠਾ ਕਰਾਂਗੇ ਜਗ ਜੀਵਨ ਐਸਾ। ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਇਹੋ ਜਿਹਾ ਹੈ, ਦੁੱਤੀ ਨਾਹੀਂ ਕੋਏ, ਉਸ ਵਰਗਾ ਹੋਰ ਕੋਈ ਦੂਜਾ ਨਹੀਂ ਹੈ। ਜਿੱਦਾਂ ਦਾ ਰੱਬ ਹੈ ਉੱਦਾਂ ਦਾ ਹੋਰ ਕੋਈ ਦੂਜਾ ਨਹੀਂ। ਤੂੰ ਰੱਬ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਕਿਉਂ ਪਿਆ ਹੋਇਆ? ਇਸ ਨੂੰ ਕਿਉਂ ਹਿੱਤ ਕਰ ਰਿਹਾ? ਜੇ ਮਾਇਆ ਦੇ ਨਾਲ ਤੂੰ ਪਿਆਰ ਕੀਤਾ ਨਾ, ਤੇਰੇ ਕੋਲ ਜਿਹੜੇ ਰੱਬੀ ਗੁਣ ਹਨ, ਸ਼ੁਭ ਗੁਣ ਹਨ, ਹੀਰੇ ਵਰਗੇ ਗੁਣ ਹਨ, ਉਹ ਸਾਰੇ ਗੁਣ ਜਿਹੜੇ ਨੇ ਇਹ ਮਾਇਆ ਦਾ ਮੋਹ ਤੇਰੇ ਚੁਰਾ ਕੇ ਲੈ ਜਾਏਗਾ। ਇਸ ਕਰਕੇ ਮਾਇਆ ਦਾ ਮੋਹ ਛੱਡ ਕੇ ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਰ ਨਾਲ ਪਿਆਰ ਪਾ, ਰੱਬ ਨੂੰ ਪਿਆਰ ਕਰ, ਤਾਂ ਫਿਰ ਤੇਰੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ, ਨਾਨਕ ਹਰਿ ਪ੍ਰਭੂ ਆਪੇ ਮਿਲੇ। ਇਤਨੇ ਬਚਨ ਪ੍ਰਵਾਨ ਕਰੋ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਨ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।